टीवी पंजाब देखने वाले सारे दर्शकों का स्वागत है जी। मैं हाँ मनदीप सिंह तो लैके हाज़र हाँ एक बार फिर टीवी पंजाब का खास न्यूज़ बुलेटिन ते पहला नज़र मारते हैं अज दी चोणवीं खबरों ते। वैक्सीन ते ट्रक ड्राइवरों को मिली राहत, सरकार ने ली वापस। वैक्सीन ना लगन ते कनेडा दाखिल होने लग्या करना पवेगा क्वारंटीन। जगमीत सिंह ने घेरी ट्रूडो सरकार, हाउसिंग क्राइसिस ते चुके सवाल। आउंदे हफ्तिਆਂ ਵਿੱਚ कनेडा 'ਚ ਵਧਣਗੇ कोरोना के केस, ਹਸਪਤਾਲਾਂ 'ਚ ਵਧੇਗੀ ਲੋਕਾਂ ਦੀ ਗਿਣਤੀ ਅਤੇ ਕਿਊਬਕ 'ਚ ਹੋਈ 68 ਲੋਕਾਂ ਦੀ ਮੌਤ। ਅੰਟਾਰੀਓ ਤੋਂ ਵੀ ਵੱਡੀ ਗਿਣਤੀ 'ਚ ਮਾਮਲੇ ਆਏ ਸਾਹਮਣੇ। ਸੋ ਇਹ ਸੀ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਸਰਕਾਰ ਵੱਲੋਂ ਇੱਕ ਨਵੇਂ ਕਾਨੂੰਨ ਦਾ ਐਲਾਨ ਕੀਤਾ ਗਿਆ ਸੀ ਜੋ 15 ਜਨਵਰੀ ਨੂੰ ਲਾਗੂ ਹੋਵੇਗਾ, ਭਾਵ ਕਿ ਅੱਜ ਰਾਤ ਤੋਂ ਇਹ ਲਾਗੂ ਹੋ ਜਾਵੇਗਾ। ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਲੋਕ ਕੈਨੇਡਾ ਤੋਂ ਅਮਰੀਕਾ ਟਰੱਕ ਚਲਾਉਂਦੇ ਨੇ ਕਿ ਉਹਨਾਂ ਦਾ ਹੁਣ ਕੈਨੇਡਾ ਦਾਖਲ ਹੋਣ ਤੇ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੋਵੇਗਾ। ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਉਮੀਦ ਕੀਤੀ ਜਾ ਰਹੀ ਸੀ ਤੇ ਮੰਗ ਵੀ ਕੀਤੀ ਜਾ ਰਹੀ ਸੀ ਕਿ ਇਸ ਨਿਯਮ ਦੇ ਵਿੱਚ ਕੁਝ ਢਿੱਲ ਦਿੱਤੀ ਜਾਵੇ, ਪਰ ਸਰਕਾਰ ਨੇ ਕੋਈ ਵੀ ਇਸ ਤਰੀਕੇ ਦੀ ਢਿੱਲ ਨਹੀਂ ਦਿੱਤੀ ਹੈ ਔਰ 15 ਜਨਵਰੀ ਨੂੰ ਇਹ ਕਾਨੂੰਨ ਕੈਨੇਡਾ ਤੇ 22 ਜਨਵਰੀ ਨੂੰ ਇਹ ਜਿਹੜਾ ਕਾਨੂੰਨ ਆ ਉਹ ਅਮਰੀਕਾ ਵੱਲੋਂ ਲਾਗੂ ਹੋਣ ਜਾ ਰਿਹਾ ਹੈ। ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕੀਤਾ ਗਿਆ ਸੀ ਜਿਸ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ 15 ਜਨਵਰੀ ਤੋਂ ਕੈਨੇਡਾ 'ਚ ਦਾਖਲ ਹੋਣ ਵਾਲੇ ਸਾਰੇ ਟਰੱਕ ਡਰਾਈਵਰ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਨੇ। ਜੇਕਰ ਉਹ ਫੁੱਲੀ ਵੈਕਸੀਨੇਟ ਨਹੀਂ ਨੇ ਤਾਂ ਫਿਰ ਉਹਨਾਂ ਨੂੰ 2 ਹਫ਼ਤਿਆਂ ਦਾ ਕੁਆਰੰਟੀਨ ਕਰਨਾ ਪਵੇਗਾ। ਇਹ ਨਿਯਮ ਹੁਣ ਕੱਲ੍ਹ ਤੋਂ ਲਾਗੂ ਹੋ ਰਿਹਾ ਹੈ। ਹਾਲਾਂਕਿ ਬੀਤੇ ਦਿਨ ਇਸ ਸੰਬੰਧੀ ਮੀਡੀਆ ਵਿੱਚ ਕੁਝ ਅਜਿਹੀਆਂ ਖਬਰਾਂ ਵੀ ਫੈਲ ਗਈਆਂ ਸਨ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਹੁਣ ਇਹ ਕਾਨੂੰਨ ਨਹੀਂ ਲਾਗੂ ਹੋਵੇਗਾ ਅਤੇ ਟਰੂਡੋ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ। ਇਹ ਖਬਰ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਹਵਾਲੇ ਤੋਂ ਛਾਪੀ ਜਾ ਰਹੀ ਸੀ, ਪਰ ਇਸ ਤੋਂ ਕੁਝ ਘੰਟਿਆਂ ਬਾਅਦ ਹੀ ਇਸ ਖਬਰ ਦੇ ਵਿੱਚ ਸੋਧ ਕਰ ਦਿੱਤੀ ਗਈ ਅਤੇ ਜਿਸ ਵਿੱਚ ਇਹ ਕਿਹਾ ਗਿਆ ਕਿ ਗਲਤੀ ਨਾਲ ਇਹ ਸਟੇਟਮੈਂਟ ਜਾਰੀ ਹੋ ਗਈ ਸੀ। ਸਰਕਾਰ ਵੱਲੋਂ ਇਸ ਨੀਤੀ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾ ਰਿਹਾ ਅਤੇ 15 ਜਨਵਰੀ ਤੋਂ ਇਹ ਕਾਨੂੰਨ ਲਾਗੂ ਹੋ ਰਿਹਾ। ਸੋ ਅੱਜ ਅੱਧੀ ਰਾਤ ਤੋਂ ਇਹ ਕਾਨੂੰਨ ਕੈਨੇਡਾ ਦੇ ਬਾਰਡਰਾਂ ਤੇ ਲਾਗੂ ਹੋ ਜਾਵੇਗਾ, ਜਿੱਥੇ ਅਮਰੀਕਾ ਤੋਂ ਕੈਨੇਡਾ 'ਚ ਦਾਖਲ ਹੋਣ ਵਾਲੇ ਹੁਣ ਸਾਰੇ ਡਰਾਈਵਰ ਫੁੱਲੀ ਵੈਕਸੀਨੇਟਡ ਹੋਣੇ ਚਾਹੀਦੇ ਨੇ। ਇਸ ਨੂੰ ਲੈ ਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਕਈ ਤਰੀਕੇ ਦੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ। ਹਾਲਾਂਕਿ ਕੱਲ੍ਹ ਜਦੋਂ ਇਹ ਖਬਰ ਫੈਲੀ ਸੀ ਤਾਂ ਉਸ ਦੌਰਾਨ ਕਈ ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਜਥੇਬੰਦੀਆਂ ਨੇ ਇਸ ਦਾ ਸਵਾਗਤ ਵੀ ਕਰ ਦਿੱਤਾ ਸੀ ਅਤੇ ਉਮੀਦ ਪ੍ਰਗਟ ਕੀਤੀ ਸੀ ਕਿ ਹੁਣ ਅਮਰੀਕਾ ਸਰਕਾਰ ਵੀ ਕੁਝ ਇਸੇ ਤਰੀਕੇ ਦਾ ਹੀ ਫੈਸਲਾ ਕਰੇ ਜਿਸ ਵਿੱਚ ਟਰੱਕਿੰਗ ਇੰਡਸਟਰੀ ਨੂੰ ਰਾਹਤ ਦਿੱਤੀ ਜਾਵੇ। ਪਰ ਕੁਝ ਹੀ ਘੰਟਿਆਂ ਬਾਅਦ ਇਹ ਸਪਸ਼ਟੀਕਰਨ ਆ ਗਿਆ ਕਿ ਅਜਿਹਾ ਕੁਝ ਨਹੀਂ ਹੈ। ਕੈਨੇਡਾ ਵਿੱਚ ਇਹ ਰੂਲ 15 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ, ਜਿਸ ਉੱਤੇ ਸਰਕਾਰ ਇਸ ਵਕਤ ਵੀ ਖੜੀ ਹੋਈ ਹੈ ਅਤੇ 22 ਜਨਵਰੀ ਤੋਂ ਅਮਰੀਕਾ ਵਾਲੇ ਪਾਸਿਓਂ ਵੀ ਇਹੀ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ, ਕਿਉਂਕਿ ਵਾਈਟ ਹਾਊਸ ਵੱਲੋਂ ਵੀ ਐਲਾਨ ਕੀਤਾ ਗਿਆ ਕਿ 22 ਜਨਵਰੀ ਤੋਂ ਅਮਰੀਕਾ 'ਚ ਦਾਖਲ ਹੋਣ ਵਾਲੇ ਸਾਰੇ ਐਸੈਂਸ਼ੀਅਲ ਵਰਕਰ, ਜਿਸ ਵਿੱਚ ਟਰੱਕ ਡਰਾਈਵਰ ਵੀ ਆਉਂਦੇ ਨੇ ਜਾਂ ਹੋਰ ਕਈ ਤਰੀਕੇ ਦੇ ਵਰਕਰ ਵੀ ਆਉਂਦੇ ਨੇ, ਉਹਨਾਂ ਸਾਰਿਆਂ ਦਾ ਫੁੱਲੀ ਵੈਕਸੀਨੇਟਡ ਹੋਣਾ ਲਾਜ਼ਮੀ ਹੈ। ਟਰੱਕਿੰਗ ਇੰਡਸਟਰੀ ਨੂੰ ਉਮੀਦ ਸੀ ਕਿ ਦੋਨਾਂ ਪਾਸਿਓਂ ਹੀ ਸਰਕਾਰਾਂ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਦੇਣਗੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਡਰਾਈਵਰਾਂ ਦੀ ਘਾਟ ਪੈਦਾ ਹੋ ਜਾਵੇਗੀ। ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ 12 ਤੋਂ ਲੈ ਕੇ 22,000 ਤੱਕ ਡਰਾਈਵਰ ਜਿਹੜੇ ਆ ਇਸ ਤੋਂ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੇ ਇਸ ਵਕਤ ਵੈਕਸੀਨ ਨਹੀਂ ਲਗਵਾਈ ਹੈ, ਜੋ ਕਿ ਕੁੱਲ ਡਰਾਈਵਰਾਂ ਦਾ 10% ਹਿੱਸਾ ਬਣਦਾ ਹੈ, ਜਦਕਿ ਕੈਨੇਡਾ ਸਰਕਾਰ ਦੇ ਐਸਟੀਮੇਟ ਦੇ ਅਨੁਸਾਰ ਮਹਿਜ 5% ਡਰਾਈਵਰਾਂ ਉੱਤੇ ਹੀ ਇਸ ਤਰੀਕੇ ਦਾ ਕੋਈ ਅਸਰ ਪਵੇਗਾ। ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਹੋਈਆਂ ਕੁਝ ਜਥੇਬੰਦੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਇਸ ਨਾਲ ਸਪਲਾਈ ਚੇਨ ਤੇ ਫਰਕ ਪੈ ਸਕਦਾ ਹੈ ਤੇ ਮਹਿੰਗਾਈ ਵੀ ਵੱਧ ਸਕਦੀ ਹੈ, ਪਰ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਕੋਈ ਖਾਸ ਫਰਕ ਨਹੀਂ ਪਵੇਗਾ ਅਤੇ ਜਿਹੜੇ ਲੋਕ ਵੈਕਸੀਨ ਤੋਂ ਬਿਨਾਂ ਬਾਰਡਰ ਪਾਰ ਕਰ ਰਹੇ ਸੀ ਉਹ ਪਹਿਲਾਂ ਹੀ ਇਹ ਕੰਮ ਛੱਡ ਚੁੱਕੇ ਨੇ। ਸੋ ਇਸ ਕਰਕੇ ਇਸ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਲੋਕਾਂ ਦੀ ਸੁਰੱਖਿਆ ਅਹਿਮ ਹੈ, ਜਿਸ ਨੂੰ ਲੈ ਕੇ ਇਹ ਕਦਮ ਚੁੱਕਿਆ ਜਾ ਰਿਹਾ ਹੈ। ਜੋ ਕਿ ਵੈਕਸੀਨ ਨੂੰ ਮੈਂਡੇਟਰੀ ਕਰਨ ਲਈ ਕੈਨੇਡਾ ਵਿੱਚ ਕਈ ਅਹਿਮ ਕਦਮ ਚੁੱਕੇ ਜਾ ਰਹੇ ਨੇ। ਇਸ ਸੰਬੰਧੀ ਫੈਡਰਲ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਵੈਕਸੀਨ ਪਾਸਪੋਰਟ ਦੇ ਨਾਲ ਹੋਰ ਕਈ ਅਹਿਮ ਨਿਯਮ ਲਾਗੂ ਕੀਤੇ ਗਏ ਨੇ ਅਤੇ ਇਹ ਸਭ ਤੋਂ ਅੱਗੇ ਜਾ ਕੇ ਕਿਊਬਕ ਸਰਕਾਰ ਵੱਲੋਂ ਤਾਂ ਹੈਲਥ ਟੈਕਸ ਲਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਉਹਨਾਂ ਉੱਤੇ ਹੈਲਥ ਟੈਕਸ ਲਾਇਆ ਜਾ ਸਕਦਾ ਹੈ। ਐਨਡੀਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਵੱਲੋਂ ਇੱਕ ਵਾਰੀ ਫਿਰ ਟਰੂਡੋ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਵਾਰ ਉਹਨਾਂ ਨੇ ਹਾਊਸਿੰਗ ਕ੍ਰਾਈਸਿਸ ਨੂੰ ਲੈ ਕੇ ਇਹ ਮੁੱਦਾ ਉਠਾਇਆ, ਜਿਸ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ
ਕੈਨੇਡਾ ਦੇ ਵਿੱਚ ਘਰਾਂ ਦੀ ਕਾਫੀ ਕਮੀ ਆ ਰਹੀ ਹੈ ਔਰ ਘਰਾਂ ਦੀ ਸਪਲਾਈ ਘਟਣ ਕਰਕੇ ਘਰਾਂ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਨੇ, ਜਿਸ ਉੱਤੇ ਜਗਮੀਤ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਹੈ ਔਰ ਇਸ ਲਈ ਜਸਟਿਨ ਟਰੂਡੋ ਸਰਕਾਰ ਨੂੰ ਦੋਸ਼ੀ ਵੀ ਮੰਨਿਆ ਹੈ। ਹਾਊਸਿੰਗ ਕ੍ਰਾਈਸਿਸ ਦੇ ਮਾਮਲੇ ਵਿੱਚ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਨੂੰ ਘੇਰਿਆ। ਜਗਮੀਤ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਤੇ ਫਾਈਨੈਂਸ਼ੀਅਲ ਪੋਸਟ ਦੀ ਇੱਕ ਰਿਪੋਰਟ ਸਾਂਝੀ ਕੀਤੀ ਹੈ, ਜਿਸ ਵਿੱਚ ਕੈਨੇਡਾ ਦੇ ਸੂਬੇ ਅੰਟਾਰੀਓ, ਅਲਬਰਟਾ ਅਤੇ ਮੈਨੀਟੋਬਾ ਵਿੱਚ ਹਾਊਸਿੰਗ ਸ਼ਾਰਟੇਜ ਦੀ ਗੱਲ ਕੀਤੀ ਗਈ ਹੈ ਔਰ ਇਸ ਨੂੰ ਜਗਮੀਤ ਸਿੰਘ ਨੇ ਹਾਊਸਿੰਗ ਕ੍ਰਾਈਸਿਸ ਦੱਸਿਆ। ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਇਹ ਵੀ ਦੱਸਿਆ ਕਿ G7 ਮੁਲਕਾਂ ਵਿੱਚੋਂ ਪਰ ਕੈਪੀਟਾ ਹਾਊਸਿੰਗ ਸਪਲਾਈ ਦੇ ਮਾਮਲੇ ਵਿੱਚ ਕੈਨੇਡਾ ਸਭ ਤੋਂ ਥੱਲੇ ਚੱਲ ਰਿਹਾ ਹੈ। ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਜਸਟਿਨ ਟਰੂਡੋ ਸਰਕਾਰ ਨੇ ਇਸ ਕ੍ਰਾਈਸਿਸ ਨੂੰ ਹੋਰ ਵੀ ਖਤਰਨਾਕ ਬਣਾ ਦਿੱਤਾ ਹੈ, ਜਿਸ ਦੀ ਕੀਮਤ ਇਸ ਵਕਤ ਕੈਨੇਡਾ ਦੇ ਲੋਕ ਭੁਗਤ ਰਹੇ ਨੇ। ਫਾਈਨੈਂਸ਼ੀਅਲ ਪੋਸਟ ਦੀ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਅੰਟਾਰੀਓ ਵਿੱਚ ਇਸ ਵਕਤ ਸਭ ਤੋਂ ਵੱਧ ਹਾਊਸਿੰਗ ਸ਼ਾਰਟੇਜ ਪੈਦਾ ਹੋਈ ਹੈ ਅਤੇ ਇੱਥੇ ਇਹ ਵੀ ਦੱਸਿਆ ਗਿਆ ਕਿ ਅੰਟਾਰੀਓ ਵਿੱਚ 6.5 ਲੱਖ ਘਰ ਹੋਰ ਬਣਾਉਣੇ ਪੈਣਗੇ ਤਾਂ ਜਾ ਕੇ ਅੰਟਾਰੀਓ ਨੈਸ਼ਨਲ ਐਵਰੇਜ ਨਾਲ ਜਾ ਕੇ ਮੈਚ ਕਰੇਗਾ। ਇਸ ਰਿਪੋਰਟ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਅਲਬਰਟਾ ਅਤੇ ਮੈਨੀਟੋਬਾ ਵੀ ਇਸ ਵਕਤ ਨੈਸ਼ਨਲ ਐਵਰੇਜ ਤੋਂ ਹੇਠਾਂ ਚੱਲ ਰਹੇ ਨੇ। ਇਸ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਅਲਬਰਟਾ ਵਿੱਚ 1,38,000 ਘਰ ਹੋਰ ਬਣਾਉਣੇ ਪੈਣਗੇ ਅਤੇ ਮੈਨੀਟੋਬਾ ਵਿੱਚ 30,000 ਘਰ ਹੋਰ ਬਣਾਉਣ ਤੇ ਇਹ ਨੈਸ਼ਨਲ ਐਵਰੇਜ ਨਾਲ ਮੈਚ ਕਰਨਗੇ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਹਾਊਸਿੰਗ ਨੂੰ ਲੈ ਕੇ ਕਈ ਤਰ੍ਹਾਂ ਦੇ ਸੰਕਟ ਛਾਏ ਹੋਏ ਨੇ। ਖਾਸ ਕਰਕੇ ਘਰਾਂ ਦੀਆਂ ਕੀਮਤਾਂ ਵਧਣ ਦੇ ਮਾਮਲੇ ਵਿੱਚ ਕਾਫੀ ਲੋਕਾਂ ਵੱਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਬਹੁਤ ਸਾਰੇ ਲੋਕਾਂ ਦਾ ਇਸ ਵਕਤ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ, ਆਉਣ ਵਾਲੀ ਪੀੜ੍ਹੀ ਲਈ ਆਪਣੇ ਘਰ ਲੈਣੇ ਬੇਹੱਦ ਮੁਸ਼ਕਲ ਹੋ ਜਾਣਗੇ। ਖਾਸ ਕਰਕੇ ਵੱਡਿਆਂ ਸ਼ਹਿਰਾਂ ਵਿੱਚ ਇਸ ਵਕਤ ਘਰਾਂ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੂਹ ਰਹੀਆਂ ਨੇ। ਕੈਨੇਡਾ ਦੀ ਚੀਫ ਹੈਲਥ ਆਫੀਸਰ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਕੈਨੇਡਾ 'ਚ ਆਉਣ ਵਾਲੇ ਦਿਨਾਂ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਕਾਫੀ ਵੱਡੀ ਗਿਣਤੀ ਵਿੱਚ ਵੱਧ ਸਕਦੇ ਨੇ। ਉਹਨਾਂ ਨੇ ਇਹ ਭਵਿੱਖਬਾਣੀ ਓਮੀਕਰੋਨ ਦੇ ਸੰਬੰਧ ਵਿੱਚ ਕੀਤੀ ਹੈ, ਜਿਸ ਵਿੱਚ ਕਿਹਾ ਕਿ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਵੀ ਵਧੇਗੀ ਅਤੇ ਕਰੋਨਾ ਵਾਇਰਸ ਦੇ ਸ਼ਿਕਾਰ ਲੋਕ ਵੀ ਵਧਣਗੇ। ਚੀਫ ਪਬਲਿਕ ਹੈਲਥ ਆਫੀਸਰ ਆਫ ਕੈਨੇਡਾ ਵੱਲੋਂ ਇੱਕ ਨਵੀਂ ਭਵਿੱਖਬਾਣੀ ਕੀਤੀ ਗਈ ਹੈ। ਡਾਕਟਰ ਥਰੇਸਾ ਥੇਮ ਵੱਲੋਂ ਇੱਕ ਭਵਿੱਖਬਾਣੀ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ 'ਚ ਓਮੀਕਰੋਨ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧਣਗੇ ਅਤੇ ਇਸ ਦੌਰਾਨ ਕਰੋਨਾ ਵਾਇਰਸ ਦੇ ਮਾਮਲੇ ਇੱਕ ਨਵੀਂ ਉਚਾਈ ਤੇ ਪਹੁੰਚ ਜਾਣਗੇ ਅਤੇ ਕੈਨੇਡਾ ਵਿੱਚ ਪਹਿਲਾਂ ਕਦੇ ਵੀ ਇੰਨੀ ਪੱਧਰ ਤੇ ਕਰੋਨਾ ਵਾਇਰਸ ਦੇ ਮਾਮਲੇ ਨਹੀਂ ਪਾਏ ਹੋਣਗੇ ਜਿਸ ਉਚਾਈ ਤੇ ਇਹ ਮਹਾਮਾਰੀ ਪਹੁੰਚ ਜਾਵੇਗੀ। ਡਾਕਟਰ ਟੈਮ ਨੇ ਦੱਸਿਆ ਕਿ ਇਸ ਵਕਤ ਪੋਜ਼ਿਟਿਵਿਟੀ ਰੇਟ 28% ਚੱਲ ਰਿਹਾ ਹੈ, ਜਿਸ ਦਾ ਮਤਲਬ ਇਹ ਹੈ ਕਿ ਹਰ 4 ਦੇ ਵਿੱਚੋਂ ਇੱਕ ਟੈਸਟ ਪੋਜ਼ਿਟਿਵ ਆ ਰਿਹਾ ਅਤੇ ਇਸ ਦੇ ਨਾਲ ਹਸਪਤਾਲਾਂ ਵਿੱਚ ਵੀ ਇੱਕ ਨਵੇਂ ਲੈਵਲ ਤੇ ਮਰੀਜ਼ਾਂ ਦੀ ਗਿਣਤੀ ਪਹੁੰਚ ਜਾਵੇਗੀ, ਜੋ ਕਿ ਹੁਣ ਵੀ ਕਈ ਸੂਬਿਆਂ ਵਿੱਚ ਪਹੁੰਚੀ ਹੋਈ ਹੈ। ਡਾਕਟਰ ਟਰੈਮ ਵੱਲੋਂ ਅੱਜ ਇੱਕ ਇਸ ਸੰਬੰਧੀ ਨਵੀਂ ਮਾਡਲਿੰਗ ਰਿਲੀਜ਼ ਕੀਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਮਾਮਲੇ ਘਟਣ ਤੋਂ ਪਹਿਲਾਂ ਇਹ ਮਾਮਲੇ ਇੱਕ ਵਾਰ ਪੀਕ ਤੇ ਪਹੁੰਚਣਗੇ, ਜਿਸ ਤੋਂ ਬਾਅਦ ਇਹ ਮਾਮਲੇ ਘਟ ਸਕਦੇ ਨੇ ਅਤੇ ਮਹਾਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਪਰ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਹ ਇੱਕ ਨਵੀਂ ਉਚਾਈ ਤੇ ਪਹੁੰਚਣਗੇ। I think the next week is actually quite important. We received a number of questions today about, well, in certain local areas, have they reached a peak? What about Quebec? I think a number of provinces, the biggest ones, put it this way, who have particularly experienced the Omicron surge the earliest, are seeing some stabilization at a very high level, but some stabilization in their daily case rates. So I think this is the early signal that we could be approaching that peak. All I'm saying is that there's a gray zone or a zone of uncertainty that you're seeing in either the projections, but also in the actual case trends. So I think come back in about a week, we'll probably have a little bit more information as well. But it is quite possible that in the next days that we'll see that peak, at least in the cases, the hospitalizations. What I would say is that what the modelers did is that they inputted certain assumptions, like how many days after a case declares itself would they get hospitalized. Those assumptions may or may not be completely aligned with reality and the range, so you're seeing that uncertainty being depicted. I think the models are there to, I guess, assist with planning purposes in terms of whether it would exceed previous hospital intake. And so I think
All of this, though, does align together with the international data to say that we could be like others, seeing a sharp increase and then it coming down fairly fast. But I think we're all just wanting to be a bit cautious about pronouncing on that until we've seen more information. ਕਿਊਬਕ ਵਿੱਚ ਕਰੋਨਾ ਵਾਇਰਸ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਨੇ ਤੇ ਅੱਜ ਉੱਥੇ 68 ਮੌਤਾਂ ਹੋਈਆਂ ਨੇ ਜੋ ਕਿ ਬੀਤੇ 24 ਘੰਟਿਆਂ ਦੀ ਰਿਪੋਰਟ ਆ। ਇਸ ਦੇ ਨਾਲ ਹੀ ਕਿਊਬਕ ਦੇ ਵਿੱਚ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ। ਕਿਊਬਕ ਵਿੱਚ ਬੀਤੇ 2-3 ਦਿਨ ਤੋਂ ਮੌਤਾਂ ਦੇ ਅੰਕੜੇ ਵਿੱਚ ਗਿਰਾਵਟ ਦੇਖੀ ਜਾ ਰਹੀ ਸੀ, ਪਰ ਅੱਜ ਇੱਕ ਵਾਰੀ ਫੇਰ ਮੌਤਾਂ ਦੇ ਅੰਕੜੇ ਵਿੱਚ ਵਾਧਾ ਦੇਖਣ ਨੂੰ ਮਿਲਿਆ। ਕਿਊਬਕ ਵਿੱਚ ਬੀਤੇ 24 ਘੰਟਿਆਂ ਦੌਰਾਨ 68 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਹੁਣ ਕਿਊਬਕ ਵਿੱਚ ਕੁੱਲ ਮੌਤਾਂ ਦੀ ਗਿਣਤੀ 12,193 ਤੱਕ ਪਹੁੰਚ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸਾਰੇ ਸੂਬਿਆਂ ਵਿੱਚੋਂ ਹੀ ਕਿਊਬਕ ਵਿੱਚ ਕੋਵਿਡ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਉੱਥੇ ਹੀ ਕਿਊਬਕ ਵਿੱਚ ਇਸ ਵਕਤ 3,085 ਲੋਕ ਹਸਪਤਾਲ ਵਿੱਚ ਦਾਖਲ ਨੇ, ਜਿਨ੍ਹਾਂ ਵਿੱਚੋਂ 275 ICU ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਰਕਾਰ ਦੀ ਚਿੰਤਾ ਇਸ ਗੱਲ ਲਈ ਵੀ ਵਧਾਈ ਹੋਈ ਹੈ ਕਿ ਇਸ ਵਕਤ ਹਸਪਤਾਲਾਂ 'ਚ ਵੀ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਕਿਊਬਕ ਵਿੱਚ 7382 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਹਾਲਾਂਕਿ ਸਿਹਤ ਮਾਹਰਾਂ ਵੱਲੋਂ ਇੱਥੇ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਸ ਵਕਤ ਕੋਵਿਡ ਟੈਸਟਿੰਗ ਦੀ ਐਲੀਜੀਬਿਲਟੀ ਨਾ ਹੋਣ ਕਰਕੇ ਇਸ ਵਕਤ ਕੋਵਿਡ ਦੇ ਤਾਜ਼ਾ ਕੇਸਾਂ ਦੀ ਸਹੀ ਗਿਣਤੀ ਵੀ ਸਾਹਮਣੇ ਨਹੀਂ ਆ ਰਹੀ ਹੈ। ਪਰ ਸਰਕਾਰ ਦੇ ਡਾਟਾ ਮੁਤਾਬਕ ਇਸ ਵਕਤ ਕਿਊਬਕ ਵਿੱਚ 80,000 ਦੇ ਕਰੀਬ ਕਰੋਨਾ ਵਾਇਰਸ ਦੇ ਐਕਟਿਵ ਕੇਸ ਮੌਜੂਦ ਨੇ। ਜਦੋਂ ਦੀ ਕਰੋਨਾ ਵਾਇਰਸ ਦੀ ਮਹਾਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਿਊਬਕ ਵਿੱਚ 7,83,102 ਕਰੋਨਾ ਵਾਇਰਸ ਦੇ ਮਾਮਲੇ ਕਿਊਬਕ ਵਿੱਚ ਸਾਹਮਣੇ ਆ ਚੁੱਕੇ ਨੇ, ਜਦਕਿ ਇਹਨਾਂ ਵਿੱਚੋਂ 6,99,848 ਠੀਕ ਹੋ ਚੁੱਕੇ ਨੇ। 81,061 ਲੋਕ ਹਾਲੇ ਵੀ ਇਸ ਤੋਂ ਪੀੜਤ ਨੇ ਅਤੇ ਐਕਟਿਵ ਕੇਸਾਂ ਦੀ ਗਿਣਤੀ ਹੈ। ਇਸ ਦੇ ਨਾਲ ਹੀ 12,000 ਤੋਂ ਵੱਧ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਹਾਲਾਂਕਿ ਕਿਊਬਕ ਸਰਕਾਰ ਨੇ ਫੈਸਲਾ ਕੀਤਾ ਹੋਇਆ ਹੈ ਕਿ ਸੋਮਵਾਰ 17 ਜਨਵਰੀ ਤੋਂ ਸਕੂਲ ਵੀ ਖੋਲ੍ਹੇ ਜਾਣਗੇ, ਜਿਸ ਵਿੱਚ ਐਲੀਮੈਂਟਰੀ ਤੇ ਹਾਈ ਸਕੂਲ ਵੀ ਸ਼ਾਮਲ ਨੇ। ਇਸ ਦੇ ਨਾਲ ਹੀ ਨਾਈਟ ਕਰਫਿਊ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ, ਜੋ ਕਿ 31 ਦਸੰਬਰ ਤੋਂ ਸ਼ੁਰੂ ਕੀਤਾ ਗਿਆ ਸੀ। ਅੰਟਾਰੀਓ ਵਿੱਚ ਵੀ ਲਗਾਤਾਰ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਔਰ ਇੱਥੇ 3800 ਤੋਂ ਵੱਧ ਲੋਕ ਇਸ ਵਕਤ ਹਸਪਤਾਲ 'ਚ ਦਾਖਲ ਨੇ ਔਰ ਜਿਹਦੇ ਵਿੱਚੋਂ 500 ਤੋਂ ਵੱਧ ICU ਤੇ 288 ਲੋਕ ਜਿਹੜੇ ਇਸ ਵਕਤ ਵੈਂਟੀਲੇਟਰ ਤੇ ਨੇ, ਜਿਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਆ ਰਹੀ ਹੈ। ਅੰਟਾਰੀਓ 'ਚ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅੰਟਾਰੀਓ ਦੇ ਹਸਪਤਾਲਾਂ ਵਿੱਚ ਇਸ ਵਕਤ 3814 ਕਰੋਨਾ ਪੀੜਤ ਲੋਕ ਦਾਖਲ ਨੇ, ਜਦਕਿ 527 ਲੋਕ ICU ਵਿੱਚ ਨੇ ਅਤੇ 288 ਲੋਕ ਇਸ ਵਕਤ ਵੈਂਟੀਲੇਟਰ ਤੇ ਨੇ, ਜਿਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਆ ਰਹੀ ਹੈ ਤੇ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਅੰਟਾਰੀਓ ਵਿੱਚ ਬੀਤੇ 24 ਘੰਟਿਆਂ ਦੌਰਾਨ 42 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 10,522 ਲੋਕਾਂ ਦੀ ਮੌਤ ਹੁਣ ਇੱਥੇ ਕੁੱਲ ਹੋ ਚੁੱਕੀ ਹੈ ਜਦੋਂ ਤੋਂ ਇਹ ਮਹਾਮਾਰੀ ਸ਼ੁਰੂ ਹੋਈ ਹੈ। ਉੱਥੇ ਹੀ ਬੀਤੇ 24 ਘੰਟਿਆਂ ਦੌਰਾਨ 10,964 ਕਰੋਨਾ ਵਾਇਰਸ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਨੇ। ਅੰਟਾਰੀਓ ਦੇ ਟੋਰਾਂਟੋ ਇਲਾਕੇ ਵਿੱਚੋਂ 1961 ਮਾਮਲੇ ਸਾਹਮਣੇ ਆਏ ਨੇ। ਪੀਲ ਰੀਜਨ ਤੋਂ 1561 ਮਾਮਲੇ ਸਾਹਮਣੇ ਆਏ ਨੇ, ਜਦਕਿ ਯਾਰਕ ਰੀਜਨ ਤੋਂ 918 ਮਾਮਲੇ ਸਾਹਮਣੇ ਆਏ ਨੇ। ਹੋਲਟਨ ਰੀਜਨ ਤੋਂ 633, ਵਾਟਰਲੂ ਰੀਜਨ ਤੋਂ 613, ਹੈਮਿਲਟਨ ਤੋਂ 604 ਅਤੇ ਓਟਵਾ ਰਾਜਧਾਨੀ ਤੋਂ 453 ਮਾਮਲੇ ਸਾਹਮਣੇ ਆਏ ਨੇ। ਨਾਇਗਰਾ ਰੀਜਨ ਤੋਂ ਵੀ 340 ਮਾਮਲੇ ਸਾਹਮਣੇ ਆਏ ਨੇ। ਹਸਪਤਾਲਾਂ 'ਚ ਲਗਾਤਾਰ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਤੇ ਸਰਕਾਰ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜਿਹੜੇ 3814 ਲੋਕ ਇਸ ਵਕਤ ਹਸਪਤਾਲ ਵਿੱਚ ਦਾਖਲ ਨੇ, ਉਹਦੇ ਵਿੱਚੋਂ 53% ਲੋਕ ਕਰੋਨਾ ਵਾਇਰਸ ਦਾ ਇਲਾਜ ਕਰਾਉਣ ਲਈ ਹਸਪਤਾਲ 'ਚ ਦਾਖਲ ਹੋਏ ਨੇ, ਜਦਕਿ 47% ਅਜਿਹੇ ਸਨ ਜਿਨ੍ਹਾਂ ਨੂੰ ਹੋਰ ਸਮੱਸਿਆਵਾਂ ਕਰਕੇ ਹਸਪਤਾਲ ਦਾਖਲ ਕੀਤਾ ਗਿਆ ਸੀ, ਪਰ ਇਸ ਵਕਤ ਉਹਨਾਂ ਦਾ ਕਰੋਨਾ ਟੈਸਟ ਵੀ ਪੋਜ਼ਿਟਿਵ ਪਾਇਆ ਗਿਆ। ਉੱਥੇ ਹੀ ਜੇਕਰ ICU ਦੀ ਗੱਲ ਕਰੀਏ ਤਾਂ ਉੱਥੇ 80% ਲੋਕ ਕੋਵਿਡ ਕਰਕੇ ਹੀ ਦਾਖਲ ਹੋਏ ਸਨ, ਜਦਕਿ 20% ਲੋਕ ਜੋ ਹੋਰਨਾਂ ਰੀਜ਼ਨ ਕਰਕੇ ਦਾਖਲ ਹੋਏ ਸਨ ਉਹ ਵੀ ਹੁਣ ਪੋਜ਼ਿਟਿਵ ਪਾਏ ਗਏ ਨੇ। ਅੰਟਾਰੀਓ ਦੇ ਚੀਫ ਮੈਡੀਕਲ ਅਫਸਰ ਵੱਲੋਂ ਪ੍ਰੈਸ ਕਾਨਫਰੰਸ 'ਚ ਕਿਹਾ ਗਿਆ ਕਿ ਹਾਲੇ ਇਹ ਮਾਮਲੇ ਹੋਰ ਵੀ ਵੱਧ ਸਕਦੇ ਨੇ ਤੇ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਓਮੀਕਰੋਨ ਆਪਣੀ ਪੀਕ ਤੇ ਅੰਟਾਰੀਓ ਵਿੱਚ ਪਹੁੰਚ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬੇਸ਼ੱਕ ਇਸ ਵਕਤ 10,964 ਕਰੋਨਾ ਵਾਇਰਸ ਦੇ ਮਾਮਲੇ ਬੀਤੇ 24 ਘੰਟਿਆਂ 'ਚ ਦਰਜ ਕੀਤੇ ਗਏ ਨੇ, ਪਰ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਟੈਸਟਿੰਗ ਗਾਈਡਲਾਈਨਸ ਵਿੱਚ ਜੋ ਬਦਲਾਅ ਕੀਤੇ ਗਏ ਨੇ ਉਸ ਨਾਲ ਬਹੁਤ ਘੱਟ ਲੋਕ ਇਸ ਵਕਤ ਟੈਸਟ ਕਰਵਾ ਰਹੇ ਨੇ।
ਇਸ ਕਰਕੇ ਅਸਲੀ ਕੇਸਾਂ ਦੀ ਗਿਣਤੀ ਸਾਹਮਣੇ ਨਹੀਂ ਆ ਰਹੀ ਹੈ। ਡਾਕਟਰ ਬੌਨੀ ਹੈਨਰੀ ਨੇ ਬ੍ਰਿਟਿਸ਼ ਕੋਲੰਬੀਆ ਦੇ ਸੰਬੰਧ ਵਿੱਚ ਇੱਕ ਵੱਡਾ ਦਾਅਵਾ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਪਹਿਲਾਂ ਹੀ ਓਮਿਕਰੋਨ ਦੀ ਪੀਕ ਦੇਖ ਚੁੱਕਿਆ ਹੈ ਤੇ ਇਹ ਪੀਕ ਬੀਤੇ ਹਫ਼ਤੇ ਹੀ ਨੋਟ ਕੀਤੀ ਗਈ ਸੀ ਅਤੇ ਹੁਣ ਇਸ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਨੇ। ਸੋ ਇਸ ਤਰੀਕੇ ਦਾ ਦਾਅਵਾ ਅੱਜ ਡਾਕਟਰ ਬੌਨੀ ਹੈਨਰੀ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨੇ ਹਾਲੇ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਇਸ ਦੇ ਬਾਵਜੂਦ ਵੀ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਕਰੋਨਾ ਵਾਇਰਸ ਦੇ ਹਾਲਾਤਾਂ ਸੰਬੰਧੀ ਅੱਜ ਡਾਕਟਰ ਬੌਨੀ ਹੈਨਰੀ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਡਾਕਟਰ ਬੌਨੀ ਹੈਨਰੀ ਨੇ ਦਾਅਵਾ ਕੀਤਾ ਕਿ ਬੀਤੇ ਵੀਕਐਂਡ ਤੇ ਜੋ ਡਾਟਾ ਸਾਹਮਣੇ ਆਇਆ ਉਸ ਵਿੱਚ ਇਹ ਪਤਾ ਲੱਗਿਆ ਕਿ ਇਹਨਾਂ ਦਾ ਫੈਲਾਅ ਹੁਣ ਘਟ ਰਿਹਾ ਅਤੇ ਉਸ ਵੀਕਐਂਡ ਦੌਰਾਨ ਹੀ ਫੈਲਾਅ ਪੀਕ ਉੱਤੇ ਪਹੁੰਚ ਚੁੱਕਿਆ ਹੈ। ਹਾਲਾਂਕਿ ਉਹਨਾਂ ਨੇ ਇਹ ਭਵਿੱਖਬਾਣੀ ਕੀਤੀ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਹਸਪਤਾਲ 'ਚ ਦਾਖਲ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਡਾਕਟਰ ਬੌਨੀ ਹੈਨਰੀ ਨੇ ਇਹ ਵੀ ਦੱਸਿਆ ਕਿ ਇਸ ਵਕਤ 70 ਸਾਲ ਤੋਂ ਉੱਪਰ ਦੇ ਵੱਧ ਲੋਕ ਹਸਪਤਾਲ 'ਚ ਦਾਖਲ ਹੋ ਰਹੇ ਨੇ। It'll look a little bit different today because there are some measures that we have been using all along that are no longer able to be representative of the community. So we don't have geographic representation, for example, and we don't have things like the reproductive number because that depends on us knowing how many people each case have transmitted to. And as I've said a number of times as we've gone through this Omicron wave, we have transmissions that are happening very rapidly and we no longer are able to do that case and contact tracing because of the shortened incubation period that we're seeing with this wave. So we also need to look at other sources to help us validate what we're seeing and to understand the trajectory of what we're seeing in BC compared to other jurisdictions. So one of those is to be able to look at our case rates over time, our percent positivity, which is reflected in the colors of these graphs, and compare them to what we're seeing in other jurisdictions. And one of these is here, the representation of other jurisdictions in Canada. And so the height of our peak reflects the PCR testing. So we've been at the capacity of our PCR tests for a number of weeks now as Omicron has really transmitted in our communities. But it does give us a sense, because we've been monitoring PCR testing over time, it does reflect the change in the patterns over time. Our test positivity has been very high, and it's been in the 20s for the last little while. We've seen in this past week particularly that we've started to see a decrease in the test positivity and in the numbers of cases of PCR positives. And if we look at other jurisdictions in Canada, we see that Ontario and Quebec are slightly ahead of us, not as far ahead as we initially thought in terms of the wave going through. And we are seeing, as well as they've reported today, starting to see that decrease in community transmission in those jurisdictions as well. Other places in Canada are slightly behind us, and they're still very much on the upswing. So these are the types of things that we are using to help us understand where we are now. And of course, because daily cases are limited by our testing capacity and our testing strategy, we also need to watch very carefully hospitalizations and hard endpoints like people who've died from COVID. So this is again a reflection of jurisdictions in Canada. The hospitalizations that we're seeing compared to Ontario and Quebec, and what we're seeing is we're all on an upward trajectory in numbers of new people admitted to hospital per day. We're seeing that across the board. If we look on the hospital census on the corner there, what we see is in BC that has been flatter and not as steep a rise as in some of the other jurisdictions in Canada. And I believe, and from data that I'll show you, part of that is because of the measures that people have taken in British Columbia, the measures that we put in place in December to try and slow things down and try and prevent hospitalizations, also reflects who is in hospital. And I'm going to talk a little bit more about that and why we focused our booster dose program, for example, where we did. So this is our epidemic curve, again, in so slide 4. The top line in green is the PCR test positive cases in our community, and those have peaked and around the 1st of January and are starting to go down. So we think that we hit the peak of community transmission in British Columbia probably this past weekend.
That's important. There's a number of different indicators that allow us to say that with some certainty, and I'm going to go through those. But we are still at the point where our hospitalization rate is going up, so new hospitalizations is still a concern, and we need to understand who is it that's being hospitalized and what can we do to try and affect that trajectory in the next few weeks. So if we look at it across BC, it's not the same everywhere, and we've seen that. We've seen that this started really to take off, particularly Omicron took off in Vancouver Coastal and in Fraser Health. ਸੋ ਜਾਂਦੇ ਜਾਂਦੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਵੈਕਸੀਨ ਤੇ ਟਰੱਕ ਡਰਾਈਵਰਾਂ ਨੂੰ ਮਿਲੀ ਰਾਹਤ, ਸਰਕਾਰ ਨੇ ਲਈ ਵਾਪਸ। ਵੈਕਸੀਨ ਨਾ ਲੱਗਣ ਤੇ ਕੈਨੇਡਾ ਦਾਖਲ ਹੋਣ ਲੱਗਿਆਂ ਕਰਨਾ ਪਵੇਗਾ ਕੁਆਰੰਟੀਨ। ਜਗਮੀਤ ਸਿੰਘ ਨੇ ਘੇਰੀ ਟਰੂਡੋ ਸਰਕਾਰ, ਹਾਊਸਿੰਗ ਕ੍ਰਾਈਸਿਸ ਤੇ ਚੁੱਕੇ ਸਵਾਲ। ਆਉਂਦੇ ਹਫ਼ਤਿਆਂ ਵਿੱਚ ਕੈਨੇਡਾ 'ਚ ਵਧਣਗੇ ਕਰੋਨਾ ਦੇ ਕੇਸ, ਹਸਪਤਾਲਾਂ 'ਚ ਵਧੇਗੀ ਲੋਕਾਂ ਦੀ ਗਿਣਤੀ ਅਤੇ ਕਿਊਬਕ 'ਚ ਹੋਈ 68 ਲੋਕਾਂ ਦੀ ਮੌਤ। ਅੰਟਾਰੀਓ ਤੋਂ ਵੀ ਵੱਡੀ ਗਿਣਤੀ 'ਚ ਮਾਮਲੇ ਆਏ ਸਾਹਮਣੇ। ਇਹ ਸੀ ਅੱਜ ਦਾ ਖਬਰਾਂ ਦਾ ਖਾਸ ਨਿਊਜ਼ ਬੁਲਟਨ। ਸੋ ਇਸੇ ਤਰੀਕੇ ਨਾਲ ਅਸੀਂ ਖਾਸ ਤੇ ਨਵੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।